Viewers, welcome back in our program. जी डॉक्टर साहब ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ। ਸਿੱਖ ਇਤਿਹਾਸ ਦੇ ਹਵਾਲੇ ਨਾਲ 1700 ਦੇ ਵਿੱਚ ਕਹਿਲੂਰ ਰਿਆਸਤ ਜਿਹਨੂੰ ਅੱਜ ਬਿਲਾਸਪੁਰ ਕਹਿੰਦੇ ਨੇ ਉਸ ਦੀਆਂ ਫੌਜਾਂ ਨੇ ਤਾਰਾਗੜ੍ਹ ਕਿਲਾ ਜਿਹੜੇ 5 ਕਿਲੇ ਦਸਵੇਂ ਪਾਤਸ਼ਾਹ ਨੇ ਬਣਾਏ। ਤਾਰਾਗੜ੍ਹ ਮੇਨ ਅਨੰਦਪੁਰ ਸਾਹਿਬ ਤੋਂ 3-4 ਕਿਲੋਮੀਟਰ ਦੂਸਰੇ ਪਾਸੇ ਸੀ ਡਿਫੈਂਸ ਦੇ ਲਈ। ਉਹਦੇ ਤੇ ਪਹਾੜੀ ਫੌਜਾਂ ਨੇ ਹਮਲਾ ਕੀਤਾ ਕਹਿਲੂਰ ਦੀਆਂ ਨੇ ਔਰ ਬੜੀ ਮੂੰਹ ਦੀ ਉਹਨਾਂ ਨੂੰ ਖਾਣੀ ਪਈ। ਹਾਰ ਕੇ ਆਪਣੇ ਬਹੁਤ ਸਾਰੇ ਫੌਜੀ ਮਰਵਾ ਕੇ ਉਹ ਵਾਪਸ ਮੁੜੇ। 1933 ਦੇ ਵਿੱਚ ਅੱਜ ਦੇ ਦਿਨ ਤੇਜਾ ਸਿੰਘ ਪਸੌੜ ਦੀ ਮੌਤ ਹੋਈ। ਪਸੌੜ ਪਿੰਡ ਜ਼ਿਲ੍ਹਾ ਸੰਗਰੂਰ ਦਾ। ਇਸ ਸ਼ਖਸ ਦੀ ਕੰਟਰੀਬਿਊਸ਼ਨ ਵੀ ਬੜੀ ਹੈ ਪਰ ਅਖੀਰ ਦੇ ਵਿੱਚ ਜਿਵੇਂ ਜਿਸ ਨੂੰ ਅਸੀਂ ਬਾਣੀ 'ਚ ਪੜ੍ਹਦੇ ਹਾਂ ਕਿ ਜਿਸ ਨੂੰ ਆਪ ਖੁਹਾਏ ਕਰਤਾ ਖੁਸ ਲੈ ਚੰਗਿਆਈ, ਕਿ ਜਿਹਨੂੰ ਨਿਰੰਕਾਰ ਨੇ ਖਵਾਰ ਕਰਨਾ ਹੁੰਦਾ ਉਹਦੀ ਚੰਗਿਆਈ ਖੋਹ ਲੈਂਦਾ, ਇੱਕਦਮ ਬੁੱਧੀ ਤੇ ਪਰਦਾ ਪੈ ਜਾਂਦਾ। ਸੋ ਇਸ ਨੇ ਅਖੀਰ ਜਿਹੜਾ ਉਹ ਭਗਤ ਬਾਣੀ ਔਰ ਗੁਰੂ ਸਾਹਿਬ ਦੀ ਬਾਣੀ ਦਾ ਅੱਡ ਕ੍ਰਮ ਕਰਨ ਦੀ ਕੋਸ਼ਿਸ਼ ਕੀਤੀ। ਪੰਥ 'ਚੋਂ ਖਾਰਜ ਕੀਤੇ ਗਏ ਪਰ ਅਦਰਵਾਈਜ਼ ਸਿੱਖੀ ਪ੍ਰਚਾਰ, ਦਲਿਤਾਂ ਦੇ ਵਿੱਚ ਸਿੱਖੀ ਦੀ ਗੱਲ, ਸਿੱਖ ਔਰਤਾਂ ਦੇ ਹੱਕਾਂ ਦੀ ਗੱਲ, ਸਿੱਖ ਬੀਬੀਆਂ 'ਚ ਐਜੂਕੇਸ਼ਨ, ਪਸੌੜ ਦੇ ਵਿੱਚ ਉਹਨਾਂ ਜ਼ਮਾਨਿਆਂ ਦੇ ਵਿੱਚ ਖਾਲਸਾ ਪਾਰਲੀਮੈਂਟ ਬਣਾਉਣੀ, ਇੱਕ ਫੁੱਲ ਫਲੈਜਡ ਬੱਚੀਆਂ ਦਾ ਸਕੂਲ ਜਿੱਥੇ ਕਿ ਹੋਸਟਲ ਵੀ ਸੀ, ਜਦੋਂ ਕਿ ਕੋਈ ਕੁੜੀਆਂ ਨੂੰ ਘਰੋਂ ਬਾਹਰ ਨਹੀਂ ਸੀ ਨਿਕਲਣ ਦਿੰਦਾ, ਪੜ੍ਹਾਈ ਤਾਂ ਦੂਰ ਦੀ ਗੱਲ ਹੈ ਜੀ। ਸੋ ਦੋਨੋਂ ਹੀ ਪੱਖ ਨੇ ਉਹਨਾਂ ਦੇ। 1983 'ਚ ਅਕਾਲੀਆਂ ਨੇ ਧਰਮ ਯੁੱਧ ਮੋਰਚੇ ਦੇ ਦੌਰਾਨ ਇੱਕ ਦਿਨ ਕੰਮ ਰੋਕੋ ਹੜਤਾਲ ਕੀਤੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1612 ਦੇ ਵਿੱਚ ਸੂਰਤ ਜਿਹੜਾ ਗੁਜਰਾਤ ਦੀ ਪੋਰਟ ਹੈ ਉਹਦੇ 'ਚ ਪੁਰਤਗਾਲੀਆਂ ਅਤੇ ਬ੍ਰਿਟਿਸ਼ ਨੇਵੀ ਦੀ ਲੜਾਈ ਹੋਈ। ਪੁਰਤਗਾਲੀ ਹਾਰੇ ਅਤੇ ਇਵੇਂ ਨਹੀਂ ਤਾਂ ਇੰਡੀਆ 'ਤੇ ਕਬਜ਼ੇ ਲਈ ਬ੍ਰਿਟਿਸ਼ ਵੀ ਲੱਗੇ ਹੋਏ ਸੀ, ਪੁਰਤਗਾਲੀ ਵੀ ਸੀ, ਡੱਚ ਵੀ ਲੱਗੇ ਹੋਏ ਸੀ, ਫਰੈਂਚ ਵੀ ਲੱਗੇ ਹੋਏ ਸੀ, ਸਾਰੇ ਪਹੁੰਚੇ ਹੋਏ ਸੀ। ਸੋ ਇਸ ਫਲੀਟ ਨੂੰ ਜਿਹੜਾ ਉਹਨਾਂ ਦਾ ਪੋਰਤੁਗੀਜ਼ ਫਲੀਟ ਨੂੰ ਬ੍ਰਿਟਿਸ਼ ਨੇ ਡਿਫੀਟ ਕੀਤਾ। 1640 ਦੇ ਵਿੱਚ ਇੰਗਲਿਸ਼ ਕਿੰਗ ਚਾਰਲਸ ਪਹਿਲੇ ਨੇ ਜਿਹੜਾ ਇੱਕ ਪੀਸ ਟ੍ਰੀਟੀ ਸਾਈਨ ਕੀਤੀ ਸਕਾਟਲੈਂਡ ਦੇ ਨਾਲ ਜੀ। ਲਗਭਗ 4 ਸਦੀਆਂ ਉਹ ਚੱਲੀ ਹੈ। ਹੁਣ ਅਗਲੇ ਮਹੀਨੇ ਜਿਹੜਾ ਉੱਥੇ ਰੈਫਰੈਂਡਮ ਹੋਣਾ। 1842 ਦੇ ਵਿੱਚ ਅੰਗਰੇਜ਼ਾਂ ਨੇ ਚੀਨ ਦੇ ਨਾਲ ਪਹਿਲਾਂ ਓਪੀਅਮ ਵਾਰਸ ਲੜੀਆਂ, ਬੜੀ ਬਿਟਰ ਰਿਲੇਸ਼ਨਸ਼ਿਪ ਸੀ। ਫਿਰ ਟ੍ਰੀਟੀ ਆਫ ਨੈਨਕਿੰਗ ਸਾਈਨ ਕੀਤੀ, ਓਪੀਅਮ ਵਾਰਸ ਖਤਮ ਹੋਈਆਂ ਔਰ ਚੀਨ ਨੇ ਹਾਂਗਕਾਂਗ ਜਿਹੜਾ ਉਹ ਅੰਗਰੇਜ਼ਾਂ ਦੇ ਹਵਾਲੇ ਕਰ ਦਿੱਤਾ, ਸਰੈਂਡਰ ਕਰ ਦਿੱਤਾ, ਜਿਹੜਾ ਕਿ ਸ਼ਾਇਦ 1998 ਦੇ ਵਿੱਚ ਹਾਂਗਕਾਂਗ ਵਾਪਸ ਚੀਨ ਨੂੰ ਇੰਗਲੈਂਡ ਨੇ ਮੋੜਿਆ ਜੀ। 1945 ਦੇ ਵਿੱਚ ਸੈਕੰਡ ਵਰਲਡ ਵਾਰ ਵੇਲੇ ਅਸੀਂ ਦੇਖਦੇ ਹਾਂ ਵੀ ਜਾਪਾਨੀਆਂ ਨੇ ਹਾਂਗਕਾਂਗ 'ਤੇ ਕਬਜ਼ਾ ਕਰ ਲਿਆ ਸੀ। ਫਿਰ ਜਦੋਂ ਐਟਮ ਬੰਬ ਉਹਨਾਂ 'ਤੇ ਪਏ, ਹੀਰੋਸ਼ੀਮਾ ਨਾਗਾਸਾਕੀ ਸਰੈਂਡਰ ਕੀਤਾ ਅਤੇ 1945 ਦੇ ਵਿੱਚ ਬ੍ਰਿਟਿਸ਼ ਜਿਹੜੇ ਨੇ ਉਹਨਾਂ ਨੇ ਵਾਪਸ ਹਾਂਗਕਾਂਗ 'ਤੇ ਕਬਜ਼ਾ ਕੀਤਾ। 1949 ਦੇ ਵਿੱਚ USSR ਨੇ, ਸੋਵੀਅਤ ਯੂਨੀਅਨ ਜਿਹਨੂੰ ਕਹਿੰਦੇ ਸੀ, ਪਹਿਲਾ ਐਟਮੀ ਧਮਾਕਾ ਕਰਕੇ ਅਮਰੀਕਾ ਤੋਂ ਬਾਅਦ ਦੂਸਰੀ ਉਹ ਐਟਮਿਕ ਸ਼ਕਤੀ ਬਣੀ ਜੀ। 1991 ਦੇ ਵਿੱਚ ਕਿਉਂਕਿ ਗੋਰਬਾਚੋਫ ਦੇ ਖਿਲਾਫ ਬਗਾਵਤ ਕਮਿਊਨਿਸਟਾਂ ਨੇ ਕੀਤੀ ਸੀ, ਸੋ ਕਮਿਊਨਿਸਟ ਪਾਰਟੀ ਦੇ ਉੱਤੇ ਪਾਬੰਦੀ ਲਾ ਦਿੱਤੀ, ਉਹਨਾਂ ਦੇ ਅਕਾਊਂਟ ਵਗੈਰਾ ਸਾਰੇ ਫਰੀਜ਼ ਕਰ ਦਿੱਤੇ। 2005 ਦੇ ਵਿੱਚ ਹਰੀਕੇਨ ਕੈਟਰੀਨਾ ਆਇਆ ਜਿਹਨੇ ਬਹੁਤ ਗਲਫ ਕੋਸਟ ਦੇ ਵਿੱਚ ਬਹੁਤ ਨੁਕਸਾਨ ਕੀਤਾ। ਕੈਟਰੀਨਾ ਨੇ 2000 ਦੇ ਕਰੀਬ ਲੋਕ ਇਸ ਦੇ ਵਿੱਚ ਮਾਰੇ ਗਏ। ਅਤੇ 2013 ਦੇ ਵਿੱਚ ਪਹਿਲੀ ਫੈਡਰਲ ਹੈਲਥ ਸਟੱਡੀ ਆਈ ਜਿਹਦੇ 'ਚ ਇਹ ਫੈਕਟ ਸਾਹਮਣੇ ਆਇਆ ਕਿ ਅਮਰੀਕਾ ਦੇ ਵਿੱਚ 8.6 ਮਿਲੀਅਨ ਅਮਰੀਕਨ ਜਿਹੜੇ ਨੇ ਉਹ ਰੋਜ਼ਾਨਾ ਨੀਂਦ ਦੀਆਂ ਗੋਲੀਆਂ ਖਾ ਕੇ ਸੌਂਦੇ ਨੇ। ਹੁਣ 8.6 ਮਿਲੀਅਨ ਪ੍ਰੈਸਕ੍ਰਾਈਬਡ ਸਲੀਪਿੰਗ ਪਿਲਸ, ਸੋ ਆਲਮੋਸਟ 1 ਕਰੋੜ। ਸੋ ਫਿਰ ਉਹ ਗੁਰੂ ਸਾਹਿਬ ਦੀ ਗੱਲ ਯਾਦ ਆਉਂਦੀ ਹੈ ਕਿ ਵੱਡੇ ਵੱਡੇ ਜੋ ਦੀਸੈਂ ਲੋਕ ਤਿੰਨ ਕੋ ਵਿਆਪੇ ਚਿੰਤਾ ਰੋਗ। ਇਹਨਾਂ 'ਚੋਂ ਬਹੁਤੇ ਸਲੀਪਿੰਗ ਪਿਲ ਵਾਲੇ ਕੋਈ ਲੇਬਰ ਵਾਲੇ ਨਹੀਂ ਹੋਣਗੇ ਜੀ, ਉਹ ਤਾਂ ਦਿਨੇ ਕੰਮ ਕਰਦੇ ਨੇ, ਆਰਾਮ ਨਾਲ ਸੌਂਦੇ ਨੇ, ਸਵੇਰੇ ਉੱਠ ਕੇ ਫਿਰ ਕੰਮ। ਇਹ ਨੇ ਉਹ ਵੱਡੇ ਵੱਡੇ ਜੋ ਦੀਸੈਂ ਲੋਕ ਤਿੰਨ ਕੋ ਵਿਆਪੇ ਚਿੰਤਾ ਰੋਗ ਜੀ। ਚਿੰਤਾ ਦੇ ਹੀ ਮਾਰੇ ਹੋਏ ਵਿਚਾਰੇ ਗੋਲੀਆਂ ਖਾ ਖਾ ਕੇ ਪਾਸੇ ਮਾਰਦੇ ਨੇ ਪਲੰਘ ਤੇ, ਨੀਂਦ ਨਹੀਂ ਆਉਂਦੀ ਹੈ ਜੀ। ਡਾਕਟਰ ਸਾਹਿਬ ਸਾਡਾ ਅੱਜ ਦਾ ਸਵਾਲ ਹੈ, ਨਰਿੰਦਰ ਮੋਦੀ ਨੇ 7 ਸਾਲ ਪਹਿਲਾਂ ਲਿਖੀ ਕਿਤਾਬ ਵਿੱਚ ਇਹ ਕਿਹਾ ਸੀ ਕਿ ਸ਼ੂਦਰਾਂ ਵੱਲੋਂ ਗੰਦਗੀ ਚੁੱਕਣਾ ਇੱਕ ਅਧਿਆਤਮਕ ਅਨੁਭਵ ਹੈ। ਫਿਰ ਇਹ ਕਿਤਾਬ ਵਾਪਸ ਲੈ ਲਈ ਗਈ ਸੀ। ਇਸ ਕਿਤਾਬ ਵਿੱਚ ਐਸਾ ਕੀ ਸੀ? ਇਤਰਾਜ਼ੋ ਜੀ ਡਾਕਟਰ ਸਾਹਿਬ। ਦੇਖੋ ਬਾਰ-ਬਾਰ ਸਾਡਾ ਜਿਹੜਾ ਬਾਲ ਹੈ, ਭਾਵੇਂ ਉਹ ਕ੍ਰਿਕਟ ਦਾ ਹੋਏ ਭਾਵੇਂ ਹਾਕੀ ਦਾ ਹੋਏ, ਜਾ ਕੇ ਮੋਦੀ ਦੇ ਵਿੱਚ ਹੀ ਵੱਜਦਾ ਹੈ ਜੀ, ਕਿਉਂਕਿ ਕਰਤੂਤਾਂ ਹੀ ਇਹ ਨੇ। ਹੁਣ ਬਹੁਤ ਸਾਰੀਆਂ ਚੀਜ਼ਾਂ ਹੁਣ ਬਾਹਰ ਆ ਰਹੀਆਂ, ਜਿਹੜੀਆਂ ਗੱਲਾਂ ਜਦੋਂ ਇਹ ਮੋਦੀ ਹਵਾ ਚਲਾਈ ਹੋਈ ਸੀ ਉਦੋਂ ਬਾਹਰ ਆਉਣੀਆਂ ਚਾਹੀਦੀਆਂ ਸੀ ਜੀ। ਇਹ ਵੀ BBC ਦੀ ਸਟੋਰੀ ਹੈ, BBC ਦੀ ਹਿੰਦੀ ਸਰਵਿਸ ਨੇ ਕੀਤੀ ਹੈ।
ਕਿ ਔਰ ਉਹਦੇ 'ਚ ਇਹ ਹੈ ਕਿ ਹੁਣ ਮੋਦੀ ਨੇ 15 ਅਗਸਤ ਨੂੰ ਜਦੋਂ ਆਪਣਾ ਭਾਸ਼ਣ ਦਿੱਤਾ ਲਾਲ ਕਿਲੇ ਤੋਂ, ਉਹਨੇ ਕਿਹਾ ਜੀ ਕਿ ਘਰ ਘਰ में शौचालय होगा, टॉयलेट जी कि जी ਅਸੀਂ ਇਹਦੇ ਤੇ ਫੋਕਸ ਕਰੀਏ, ਹਰ ਘਰ 'ਚ ਸ਼ੌਚਾਲय ਹੋਏ। ਪਰ ਜਿਨ੍ਹਾਂ ਨੇ ਜਿਹੜੇ ਉਹ ਆਬਜ਼ਰਵ ਕਰ, ਉਹਨਾਂ ਨੇ ਕਿਹਾ ਵੀ ਉਹਨੇ ਜਿਹੜੇ ਲੋਕ ਗੰਦਗੀ ਚੁੱਕਦੇ ਨੇ, ਮੈਲਾ ਚੁੱਕਦੇ ਨੇ, ਜਿਨ੍ਹਾਂ ਨੂੰ ਸ਼ੂਦਰ ਬਣਾਇਆ, ਬਾਲਮੀਕੀ ਬਣਾਇਆ, ਉਹਨਾਂ ਬਾਰੇ ਕੋਈ ਗੱਲ ਨਹੀਂ ਕੀਤੀ ਕਿ ਵੀ ਕਿੰਨੀਆਂ ਸਦੀਆਂ ਤੋਂ 3-4 ਹਜ਼ਾਰ ਸਾਲ ਤੋਂ ਗੰਦ ਸਿਰ ਤੇ ਚੁੱਕਿਆ ਹੁੰਦਾ ਉਹਨਾਂ ਨੇ। ਭਾਰਤ ਦੇ ਵਿੱਚ ਅੱਜ ਵੀ 70% ਲੋਕ ਜਿਹੜੇ ਨੇ ਉਹਨਾਂ ਦੇ ਕੋਲ ਟਾਇਲਟ ਨਹੀਂ ਨੇ, ਉਹਨਾਂ ਦੀ ਗੱਲ ਨਹੀਂ ਕੀਤੀ। ਔਰ ਮੈਂ ਕੱਲ੍ਹ ਕੁਦਰਤੀ ਇਹਨਾਂ ਦੀ ਹਿੰਦੀ ਸਰਵਿਸ ਦੇਖ ਰਿਹਾ ਸੀ ਤੇ ਇੱਕ BBC ਦੇ ਜਰਨਲਿਸਟ ਨੇ ਸਟੋਰੀ ਕੀਤੀ ਹੈ, ਔਰ ਉਹ ਇਹ ਹੈ ਕਿ ਵੀ ਇਹਨੇ ਨਰਿੰਦਰ ਮੋਦੀ ਨੇ ਅੱਜ ਤੋਂ 7 ਸਾਲ ਪਹਿਲਾਂ ਇੱਕ ਕਿਤਾਬ ਲਿਖੀ ਸੀ ਜਿਹਦਾ ਨਾਮ ਸੀ ਕਰਮ ਯੋਗ ਜੀ, ਔਰ ਉਹਦੀਆਂ 4000 ਕਾਪੀਆਂ ਹੀ ਛਾਪੀਆਂ ਸੀ। ਪਰ ਕੁਦਰਤੀ ਉਦੋਂ ਚੋਣਾਂ ਦੇ ਨੇੜੇ ਇਲੈਕਸ਼ਨ ਕੋਡ ਲਾਗੂ ਹੋ ਗਿਆ ਔਰ ਉਹ ਉਹਨੂੰ ਵੰਡ ਨਹੀਂ ਸਕੇ। ਤੇ ਦੂਸਰਾ ਕਾਰਨ ਰੋਕਣ ਦਾ ਇਹ ਬਣਿਆ ਕਿ ਇੱਕ ਪੱਤਰਕਾਰ ਜਿਹੜਾ ਟਾਈਮਜ਼ ਆਫ ਇੰਡੀਆ ਦਾ ਪੋਲੀਟੀਕਲ ਐਡੀਟਰ ਸੀ ਰਾਜੀਵ ਸ਼ਾਹ, ਉਹਦਾ ਕਿਸੇ ਵੱਡੇ ਆਲਾ ਅਫਸਰ ਨਾਲ ਯਾਰੀ ਸੀ ਗੁਜਰਾਤ ਦੇ ਸਰਕਾਰ, ਉਹਦੇ ਹੱਥ 'ਚ ਇੱਕ ਕਾਪੀ ਲੱਗੀ, ਉਦੋਂ ਅਜੇ ਇਹਨਾਂ ਨੇ ਵੰਡੀਆਂ ਨਹੀਂ ਸੀ, ਔਰ ਉਹਨੇ ਉਹਦੇ ਤੇ ਆਰਟੀਕਲ ਲਿਖ ਦਿੱਤਾ। ਉਹਨੇ ਕਿਹਾ ਜੀ ਇਹਦੇ 'ਚ ਤਾਂ ਉਹ ਰੌਲਾ ਪੈ ਗਿਆ। ਇਹਨਾਂ ਨੇ ਫਿਰ ਉਹ ਸਾਰੀਆਂ ਦੀਆਂ ਸਾਰੀਆਂ ਕਿਤਾਬਾਂ ਜਿਹੜੀਆਂ ਸੀ ਉਹ ਚੁੱਕ ਲਈਆਂ, ਵੰਡੀਆਂ ਨਹੀਂ, ਡਿਸਟਰੀਬਿਊਟ ਨਹੀਂ ਕੀਤੀਆਂ ਜੀ। ਔਰ ਹੁਣ ਇੱਧਰ ਤਾਂ ਉਹ ਸ਼ੌਚਾਲय ਬਣਾਉਣ ਲਈ ਕਹਿ ਰਿਹਾ, ਪਰ ਦਲਿਤਾਂ ਪ੍ਰਤੀ ਜਾਂ ਇਸ ਕੰਮ ਪ੍ਰਤੀ ਉਹਦਾ ਕੀ ਵਿਊ ਹੈ, ਮੈਂ ਹਾਲਾਂਕਿ ਬਹੁਤ ਵਾਰੀ ਪੰਜਾਬੀ 'ਚ ਸੁਣਾਉਂਦਾ, ਪਰ ਕਿਉਂਕਿ ਇਹ ਹਿੰਦੀ ਸਰਵਿਸ 'ਚੋਂ ਹੈ ਔਰ ਐਗਜ਼ੈਕਟਲੀ ਮੋਦੀ ਨੇ ਕੀ ਕਿਹਾ ਉਹਦੇ ਐਗਜ਼ੈਕਟ ਵਰਡ ਨੇ, ਸੋ ਮੈਨੂੰ ਹਿੰਦੀ 'ਚ ਹੀ ਪੜ੍ਹਨਾ ਪਏਗਾ ਜਿਹੜਾ ਮੋਦੀ ਨੇ ਉਸ ਕਿਤਾਬ ਦੇ पेज नंबर 48 ਦੇ ਉੱਤੇ कर्म योग किताब का नाम है, मोदी ने लिखा जी, आध्यात्मिकता के अलग अलग अर्थ होते हैं। शमशान में काम करने वाले के लिए आध्यात्मिकता उसका रोज़ का काम है। मृत देह आएगी, मृत देह जलाएगा। जो शौचालय में काम करता है उसकी आध्यात्मिकता क्या? कभी उस वाल्मीकि समाज के आदमी जो मैला साफ करते हैं, गंदगी दूर करते हैं, उसकी अध्यात्मता का अनुभव किया है? हुण ये कह रहा है कि ये नहीं कि समाज ने इस कदर मन्नू ने उन्होंने शूदर बनाया, उन्होंने तो मुढ़ले इंसानी हक खोए, अपना गंद उन्होंने सिर दे उत्ते चुकाया, जो तुहाडी शर्म है 4000 साल दे तुहाडे हिंदुत्वा दी, उन्होंने कहण दी बजाय कह रहा है कि जी वो तो इसलिए काम करते हैं कि उन्हों दी स्पिरिचुअलिटी निकलती है इहदे चों, ਉਹਨਾਂ ਦਾ ਬੜਾ ਅਧਿਆਤਮਕ ਜਿਹੜਾ ਉਹ ਉਹਦੇ ਚੋਂ ਐਕਸਪੀਰੀਅੰਸ ਲੈਂਦੇ ਨੇ। ਇਹ ਸਪਿਰਿਚੁਅਲਿਟੀ ਹੈ, ਲੋਕਾਂ ਦਾ ਗੰਦ ਸਿਰ ਤੇ ਚੁੱਕ ਕੇ ਤੁਸੀਂ ਉਹਨਾਂ ਨੂੰ ਜਿਹੜਾ ਬਿਲੋ ਹਿਊਮਨ ਬੀਇੰਗ ਬਣਾਇਆ ਹੋਇਆ। ਔਰ ਅਖੀਰ ਫਿਰ ਉਹ ਇਸੇ ਲਾਈਨ ਦੇ ਉੱਤੇ ਕਹਿੰਦੇ, ਉਸਨੇ ਸਿਰਫ पेट भरने के लिए ये काम स्वीकारा हो, मैं ये नहीं मानता, क्योंकि तब वह लंबे समय तक नहीं कर पाता, पीढ़ी दर पीढ़ी तो नहीं कर पाता। एक ज़माने में किसी को ये संस्कार हुए होंगे कि संपूर्ण समाज और देवता की साफ सफाई की जिम्मेवारी मेरी है और उसी के लिए ये मुझे काम करना है। हुण ये वो कहता है कि जी उन्होंने देवता उतरे जी, उन्होंने कहा कि उन्होंने स्पिरिचुअल अनुभव होया कि मेरे जिम्मे है ये गंद चुकना लोगों का, नहीं तो वो कोई पेट भरन लई थोड़ी करता काम है, वो तो स्पिरिचुअल एक्सपीरियंस कर रहा। काश ਇਹ ਕਿਤਾਬ ਛਪ ਜਾਂਦੀ, ਛਪੀ ਸੀ, ਬਾਹਰ ਆ ਜਾਂਦੀ, ਘੱਟੋ ਘੱਟ ਦਲਿਤਾਂ ਨੂੰ ਤਾਂ ਸਮਝ ਆ ਜਾਂਦੀ, ਭਾਰਤ ਦਿਆਂ ਨੂੰ ਜਿਨ੍ਹਾਂ ਨੂੰ ਹੁਣ ਇਹ ਉੱਥੇ ਜਾ ਕੇ ਉਹਨਾਂ ਨੇ ਚਰਚ ਵਿਚਲੇ ਜਿਹੜੇ 72 ਵਾਲਮੀਕੀ ਟੱਬਰ ਨੇ ਉਹਨਾਂ ਨੂੰ ਹਿੰਦੂ ਬਣਾਇਆ ਈਸਾਈਆਂ ਤੋਂ, ਔਰ ਉਹਨਾਂ ਨੂੰ ਅੱਗੇ ਲਾ ਕੇ ਬਾਕੀਆਂ ਦੇ ਉੱਤੇ ਜ਼ੁਲਮ ਕਰਵਾ ਰਹੇ ਨੇ। ਸੋ ਇਸ ਬੰਦੇ ਦੀ ਇਹ ਸੋਚ ਹੈ 7 ਸਾਲ ਪਹਿਲਾਂ ਜਿਹੜੀ ਉਹਨੇ ਕਿਤਾਬ 'ਚ ਲਿਖੀ ਹੋਈ ਹੈ। ਸੋ ਇਹ ਹਕੀਕਤ ਹੈ, ਇਹ ਉਹੀ ਗਾਂਧੀ ਵਾਂਗ ਹੈ ਕਿ ਗਾਂਧੀ ਨੇ ਕਦੇ ਕਾਸਟ ਸਿਸਟਮ ਕੰਡੈਮ ਨਹੀਂ ਕੀਤਾ। ਹੁਣ ਇਹ ਵੀ ਜਸਟੀਫਾਈ ਕਰ ਰਿਹਾ ਕਿਉਂਕਿ ਹਿੰਦੂ ਧਰਮ ਖੜਾ ਹੀ ਵਰਣ ਆਸ਼ਰਮ ਦੇ ਉੱਤੇ ਹੈ। ਜੇ ਵਰਣ ਆਸ਼ਰਮ ਨੂੰ ਕੰਡੈਮ ਕਰ ਦਿਓ ਗੱਲ ਹੀ ਖਤਮ, ਹਿੰਦੂ ਹੀ ਨਹੀਂ ਰਹਿੰਦਾ ਜੀ ਜੀ। ਸੋ ਹੁਣ ਇਹ ਬਾਕੀ ਜਾਣ ਲੈਣ। ਚਲੋ BBC ਦੀ ਮਿਹਰਬਾਨੀ ਹੈ ਕਿ ਉਹਨਾਂ ਦੇ ਕੋਰਸਪੋਂਡੈਂਟ ਨੇ ਘੱਟੋ ਘੱਟ ਇਹ ਕੋਟ ਤਾਂ ਬਾਹਰ ਲਿਆਂਦੀ ਹੈ ਵੀ ਇਹ ਸੋਚਦਾ ਕੀ ਹੈ ਦਲਿਤਾਂ ਬਾਰੇ। ਜੀ ਜੀ ਬਿਲਕੁਲ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦੇ ਕਵਿਤ ਨੰਬਰ 54 ਨੂੰ ਚੁਣਿਆ ਜੀ, ਤੇ ਉਸ ਦੇ ਸ਼ਬਦ ਨੇ, ਗੁਰਮੁਖ ਪੰਥ ਸੁਖ ਚਾਹਤ ਸਕਲ ਪੰਥ, ਸਕਲ ਦਰਸ ਗੁਰ ਦਰਸ ਅਧੀਨ ਹੈ, ਸੁਰ ਸੁਰ ਸਰ
गुर चरण शरण चाहे, वेद ब्रह्मादिक शब्द लिवलीन है। सर्व ज्ञान गुर ज्ञान अवगाहन में, सर्व निधान गुर कृपा जल मीन है। जोगी जोग जुगत में, भोगी भोग भुगत में, गुरमुख निज पद कुल अकुलीन है। ਹੁਣ ਭਾਈ ਗੁਰਦਾਸ ਜੀ ਨੇ ਜਿਹੜੇ ਰੱਬ ਦੇ ਰਸਤੇ ਦੇ ਬੰਦੇ ਨੇ, ਕਿਵੇਂ ਉਹ ਇਸ ਚਾਹਨਾ 'ਚ ਹੁੰਦੇ ਨੇ ਕਿ ਨਿਰੰਕਾਰ ਦੇ ਨਾਲ ਉਹਨਾਂ ਦੀ ਇਕਮਿਕਤਾ ਹੋਏ। ਗੁਰਮੁਖ ਪੰਥ ਸੁਖ, ਜਿਹੜਾ ਸੱਚਮੁੱਚ ਦਾ ਪੰਥ ਹੈ, ਰਸਤਾ ਹੈ ਰੱਬ ਨੂੰ ਮਿਲਣ ਦਾ, ਗੁਰਮੁਖਾਂ ਦਾ ਰਸਤਾ ਹੈ ਜੀ, ਉਸ ਨੂੰ ਚਾਹਤ ਸਕਲ ਪੰਥ, ਜਿਹੜੇ ਬਾਕੀ ਸਾਰੇ ਧਰਮ ਨੇ, ਸਕੂਲ ਆਫ ਥਾਟ ਨੇ, ਕਲਟ ਨੇ, ਉਹਨਾਂ ਦੀ ਵੀ ਇਹ ਚਾਹਨਾ ਹੁੰਦੀ ਹੈ ਕਿ ਗੁਰਮੁਖ ਪੰਥ ਸੁਖ, ਕਿ ਸਾਨੂੰ ਗੁਰਮਤ ਗਾਡੀ ਰਾਹ ਚਲਾਏ, ਕਿ ਸਾਨੂੰ ਉਹ ਗੁਰਮੁਖ ਦਾ ਰਸਤਾ ਰੱਬ ਨਾਲ ਮਿਲਣ ਦਾ ਹਾਸਲ ਹੋਏ। ਸਕਲ ਦਰਸ ਗੁਰ ਦਰਸ ਅਧੀਨ ਹੈ, ਕਿ ਅਲਟੀਮੇਟਲੀ ਸਾਰਿਆਂ ਦੀ ਚਾਹਨਾ ਤਾਂ ਨਿਰੰਕਾਰ ਨੂੰ ਮਿਲਣ ਦੀ ਹੈ, ਪਰ ਇਹ ਨਿਰੰਕਾਰ ਦੇ ਹੀ ਪਰਵਿਊ 'ਚ ਹੈ, ਉਹਨਾਂ ਦੇ ਦੀ ਅਥਾਰਟੀ 'ਚ ਹੈ ਕਿ ਉਹਨਾਂ ਨੇ ਕਿਸ ਨੂੰ ਦੀਦਾਰ ਦੇਣਾ, ਕਿਸ ਦੇ ਸਾਹਮਣੇ ਉਸ ਸੱਚ ਨੂੰ ਜ਼ਾਹਰ ਕਰਨਾ, ਆਪਾ ਪ੍ਰਗਟ ਕਰਨਾ ਜੀ। ਸੁਰ ਸੁਰਸਰ ਗੁਰ ਚਰਨ ਸਰਣ ਚਾਹੇ, ਸੁਰ ਦੇਵਤੇ ਨੂੰ ਕਹਿੰਦੇ ਨੇ ਤੇ ਸੁਰਸਰ ਹੋਲੀ ਰਿਵਰਸ ਨੂੰ ਕਹਿੰਦੇ ਨੇ, ਕਿ ਸਾਰੇ ਹੀ ਦੇਵਤੇ ਤੇ ਸਾਰੀਆਂ ਹੀ ਹੋਲੀ ਰਿਵਰਸ ਜਿਹੜੀਆਂ ਨੇ ਉਹ ਨਿਰੰਕਾਰ ਦੀ ਸ਼ਰਨ ਚਾਹੁੰਦੀਆਂ ਨੇ। ਸੁਰ ਸੁਰਸਰ ਗੁਰ ਚਰਨ ਸ਼ਰਨ ਚਾਹੇ, ਉਹ ਗੁਰੂ ਦੇ ਚਰਨਾਂ ਦੀ ਸ਼ਰਨ ਚਾਹੁੰਦੇ ਨੇ, ਪਵਿੱਤਰ ਨਦੀਆਂ ਵੀ ਜੀ ਔਰ ਦੇਵਤੇ ਵੀ। वेद ब्रह्मादिक शब्द लिवलीन है, वेद चार ਜਿਹੜੇ ਦੇ ਮੂੰਹ ਚੋਂ ਆਏ ਬ੍ਰਹਮਾ ਚੋਂ, ਇਹ ਹਿੰਦੂ ਥਾਟ, वेद ब्रह्मादिक शब्द लिवलीन है, ਉਹ ਵੀ ਲੱਭਦੇ ਨੇ ਕਿ ਕਿਵੇਂ ਅਸੀਂ ਉਸ ਨਿਰੰਕਾਰ ਦੇ ਸ਼ਬਦ ਦੇ ਵਿੱਚ ਲੀਨ ਹੋਈਏ, ਉਸ ਦੇ ਵਿੱਚ ਅਸੀਂ ਇਕਮਿਕ ਹੋਈਏ। ਸਰਬ ਗਿਆਨ ਗੁਰ ਗਿਆਨ ਅਵਗਾਹਨ में, ਭਾਈ ਗੁਰਦਾਸ ਕਹਿੰਦੇ ਨੇ ਕਿ ਸਾਰਾ ਹੀ ਗਿਆਨ ਕੁੱਲ ਆਲਮ ਦਾ ਗੁਰੂ ਦੇ ਵਿੱਚ ਸਿਮਟਿਆ ਹੋਇਆ, ਗੁਰੂ ਦੇ ਵਿੱਚ ਉਸ ਦੀ ਜਿਹੜੀ ਹੈ ਉਹ ਇਮਰਸਡ ਹੈ। ਸਰਬ ਗਿਆਨ ਗੁਰ ਗਿਆਨ ਅਵਗਾਹਨ में, ਸਰਬ ਨਿਧਾਨ ਗੁਰ ਕਿਰਪਾ ਜਲ ਮੀਨ ਹੈ। ਜਿਵੇਂ ਮੀਨ ਮੱਛੀ ਨੂੰ ਕਹਿੰਦੇ ਨੇ ਕਿ ਮੱਛੀ ਦੀ ਜ਼ਿੰਦਗੀ ਪਾਣੀ ਦੇ ਵਿੱਚ ਹੈ, ਜਿੰਨੀ ਦੇਰ ਉਹ ਪਾਣੀ 'ਚ ਹੈ ਜਿਉਂਦੀ ਹੈ ਜੀ, ਪਾਣੀ 'ਚੋਂ ਬਾਹਰ ਕੱਢੋ ਤੇ ਉਹ ਮਰ ਜਾਂਦੀ ਹੈ। ਇਸੇ ਤਰ੍ਹਾਂ ਜਿਹੜੇ ਰੱਬ ਦੇ ਪਿਆਰੇ ਨੇ ਉਹ ਗੁਰੂ ਦੇ ਪਿਆਰ ਵਿੱਚ ਮੱਛੀ ਜਿਵੇਂ ਪਾਣੀ ਦੇ ਵਿੱਚ ਓਤ-ਪੋਤ ਹੈ, ਇਵੇਂ ਉਹਦੇ 'ਚ ਓਤ-ਪੋਤ ਰਹਿੰਦੇ ਨੇ, ਉਹਦੇ 'ਚੋਂ ਹੀ ਉਹਨਾਂ ਨੂੰ ਜ਼ਿੰਦਗੀ ਮਿਲਦੀ ਹੈ। ਤੇ ਅਖੀਰ 'ਚ ਭਾਈ ਸਾਹਿਬ ਕਹਿੰਦੇ ਨੇ ਜੋਗੀ ਜੁਗਤ ਮੈਂ ਭੋਗੀ ਭੋਗ, ਜੋਗੀ ਜੋਗ ਜੁਗਤ ਮੈਂ ਭੋਗੀ ਭੋਗ ਭੁਗਤ ਮੈਂ ਗੁਰਮੁਖ ਨਿਜ ਪਦ ਕੁਲ ਅਕੁਲੀਨ ਹੈ। ਕਿ ਜਿਵੇਂ ਜੋਗੀ ਯੋਗ ਦੀਆਂ ਅੱਡ-ਅੱਡ ਵਿਧੀਆਂ ਦੇ ਵਿੱਚ ਹੀ ਆਪਣੇ ਆਪ ਨੂੰ ਉਲਝਾ ਕੇ ਰੱਖਦਾ, ਉਸ 'ਚੋਂ ਹੀ ਉਹਨੂੰ ਲੱਗਦਾ ਕਿ ਮੈਂ ਕੁਝ ਹਾਸਿਲ ਕਰ ਰਿਹਾ ਜੀ। ਭੋਗੀ ਭੋਗ ਭੁਗਤ ਮੈਂ, ਜਿਹੜੇ ਭੋਗੀ ਨੇ, ਗ੍ਰਸਤੀ ਨੇ, ਦੁਨੀਆਦਾਰ ਨੇ, ਉਹ ਦੁਨੀਆ ਦੀਆਂ ਚੀਜ਼ਾਂ ਦਾ ਭੋਗ ਕਰਦਿਆਂ ਹੀ ਸਮਝਦੇ ਨੇ ਕਿ ਉਹਨਾਂ ਦਾ ਜਿਹੜਾ ਉਹ ਸਰ ਹੈ, ਉਹਦੇ 'ਚੋਂ ਹੀ ਸੰਤੁਸ਼ਟ ਨੇ। ਗੁਰਮੁਖ ਨਿਜ ਪਦ ਕੁਲ ਅਕੁਲੀਨ ਹੈ, ਕਿ ਜਿਹੜੇ ਗੁਰਮੁਖ ਨੇ ਉਹ ਉਸ ਨਿਜ ਪਦ ਦੇ ਵਿੱਚ, ਉਸ ਚੌਥੇ ਪਦ ਦੇ ਵਿੱਚ, ਉਸ 10ਵੇਂ ਦੁਆਰ ਦੇ ਵਿੱਚ, ਉਸ ਅਨਹਦ ਸ਼ਬਦ ਦੇ ਵਿੱਚ ਆਪਣਾ ਆਪ ਜੋੜ ਕੇ ਫਿਰ ਉਹ ਇਹ ਮਹਿਸੂਸ ਕਰਦੇ ਨੇ ਕਿ ਅਸੀਂ ਸੱਚਮੁੱਚ ਮਨੁੱਖਾ ਜੀਵਨ ਨੂੰ ਸਫਲ ਕੀਤਾ, ਅਸੀਂ ਸੱਚਮੁੱਚ ਨਿਰੰਕਾਰ ਦਾ ਪਿਆਰ ਪਾਇਆ, ਅਸੀਂ ਸੱਚਮੁੱਚ ਨਿਰੰਕਾਰ ਦੇ ਵਿੱਚ ਅਭੇਦ ਹੈ ਔਰ ਅਸੀਂ ਸੱਚਮੁੱਚ ਨਿਰੰਕਾਰ ਦੇ ਨਾਲ ਇਕਮਿਕ ਹੈ। ਤੇ ਇਹ ਉਹੀ ਅਵਸਥਾ ਹੈ ਜਿਹਨੂੰ ਗੁਰਬਾਣੀ 'ਚ ਅਸੀਂ ਕਹਿੰਦੇ ਹਾਂ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਕਿ ਜਿਵੇਂ ਪਾਣੀ ਪਾਣੀ ਦੇ ਨਾਲ ਮਿਲਦਾ ਹੈ, ਇਵੇਂ ਗੁਰਮੁਖ ਦੀ ਜੋਤ, ਗੁਰਮੁਖ ਦੀ ਸੁਰਤ ਅੱਠੇ ਪੈਰ ਨਿਰੰਕਾਰ ਦੇ ਵਿੱਚ ਲਿਵਲੀਨ ਹੁੰਦੀ ਹੈ। ਸੋ ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ SOS@tvh4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਾਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।